ਕੋਈ ਵੀ ਭਾਰਤੀ ਫੌਜ ਦਾ ਸਾਥ ਨਾ ਦੇਵੇ। ਜਿੱਥੇ ਸਾਡਾ ਜਨਮ ਸਥਾਨ ਹੈ ਗੁਰੂ ਨਾਨਕ ਸਾਹਿਬ ਦਾ, ਉੱਥੇ ਅਸੀਂ ਹਮਲਾ ਨਹੀਂ ਕਰਨ ਦੇਣਾ ਤੇ ਅਸੀਂ ਭਾਰਤੀ ਫੌਜਾਂ ਦਾ ਮੁਕਾਬਲਾ ਕਰੀਏ ਤੇ ਇਸ ਪੰਜਾਬ ਨੂੰ ਆਜ਼ਾਦ ਕਰਾਈਏ। ਪੰਜਾਬ ਖਲੋਤਾ ਹੈ ਪਾਕਿਸਤਾਨ ਦੇ ਨਾਲ। ਖਾਲਿਸਤਾਨ जिंदाबाद, पाकिस्तान जिंदाबाद। सियासी मैदान की हर बड़ी खबर से आगाह रहने के लिए हमारे चैनल आजाद सियासत को सब्सक्राइब करें और बेल आइकन को प्रेस करें। अस्सलाम वालेकुम नाजरीन, मैं हूं अजहर जावेद और आज एक बार फिर हमारे साथ मौजूद होंगे सिख रहनुमा गुरपतवंत सिंह पन्नू साहब, जो कि खालिस्तान रेफरेंडम के बानी भी हैं और खालिस्तान की मुहिम को लेकर आगे चल रहे हैं। अभी वो एक बार फिर हमारे साथ हैं और उनसे बात करेंगे। आज हम जो इतलात आ रही हैं कि खालिस्तान को लेके पाकिस्तान में भी लोगों ने मुजाहरे किए और इंडिया में भी पाकिस्तान जिंदाबाद के नारे लग गए। पन्नू जी, ਤੁਹਾਨੂੰ ਖੁਸ਼ਾਮਦੀਦ ਕਹਿੰਦੇ ਆ। ਕੀ ਕਹਿੰਦੇ ਹੋ ਤੁਸੀਂ ਜਿਹੜਾ ਪਾਕਿਸਤਾਨ ਦੇ ਵਿੱਚ ਤੇ ਕੰਮ ਸ਼ੁਰੂ ਹੋ ਗਿਆ ਹੈ ਖਾਲਿਸਤਾਨ ਦੀ ਹਮਾਇਤ ਲਈ, ਤੇ ਜਿਹੜੇ ਅੱਜ ਹਾਫਜ਼ਾਬਾਦ ਦੇ ਇਲਾਕੇ ਵਿੱਚ ਵੀ ਇੱਕ ਜਲਸਾ ਕੱਢਿਆ ਗਿਆ, ਕੀ ਤੁਹਾਡੀ ਸੂਚਨਾ ਉਹਦੇ ਬਾਰੇ? ਜੀ ਅਜ਼ਹਰ ਸਾਹਿਬ ਤੇ ਪਾਕਿਸਤਾਨ ਦੇ ਜਿੰਨੇ ਵੀ ਭੈਣ ਭਰਾ ਵੇਖਦੇ ਪਏ ਆ, ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜ਼ਹਰ ਸਾਹਿਬ, ਇਹੀ ਗੱਲ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਸਾਹਮਣੇ ਉੱਭਰ ਕੇ ਆ ਰਹੀ ਹੈ ਕਿ ਪਾਕਿਸਤਾਨ ਦਾ ਜਿਹੜਾ ਆਵਾਮ ਹੈ ਉਹ ਪਹਿਲੀ ਵਾਰ ਖਾਲਿਸਤਾਨ ਦੇ ਨਾਲ ਖਲੋ ਗਿਆ ਤੇ ਉਹਨਾਂ ਨੇ ਇੱਕ ਬਹੁਤ ਵੱਡਾ ਜਲਸਾ ਕੀਤਾ, ਜਿਹਦੇ 'ਚ ਖੁੱਲ੍ਹੇਆਮ ਉਹਨਾਂ ਨੇ ਕਿਹਾ ਜੀ ਅਸੀਂ ਪੰਜਾਬ ਨੂੰ ਖਾਲਿਸਤਾਨ ਬਣਾਉਣ ਵਾਸਤੇ, ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ ਅਸੀਂ ਉਹਦੀ ਹਮਾਇਤ ਕਰਾਂਗੇ ਤੇ ਅਸੀਂ ਨਾਲ ਖੜੇ ਹਾਂ। ਔਰ ਇੱਦਾਂ ਹੀ ਦੂਸਰੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਆਰਮੀ ਕੈਂਟ ਏਰੀਆ ਹੈ ਪਟਿਆਲੇ ਦਾ, ਉੱਥੇ ਸਿੰਘਾਂ ਨੇ ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ ਤੇ ਸਿੱਖ ਸੋਲਜਰਸ ਡੂ ਨਾਟ ਫਾਈਟ ਇੰਡੀਆਜ਼ ਵਾਰ। ਸੋ ਉਹ ਵੀ ਉਹਨਾਂ ਨੇ ਨਾਰੇ ਵੀ ਲਗਾਏ ਆ ਤੇ ਉੱਥੇ ਛਾਪੇ ਲੱਗੇ ਆ ਤੇ ਪਲੱਸ ਉੱਥੇ ਜਿਹੜੇ ਆ ਝੰਡੇ ਖਾਲਿਸਤਾਨ ਦੇ ਉਹਨਾਂ ਨੇ ਚੜਾਏ ਆ। ਅੱਜ ਇਹ ਕਿਹੜੇ ਇਲਾਕੇ ਦੀ ਗੱਲ ਕਰ ਰਹੇ ਹੋ ਤੁਸੀਂ? ਇਹ ਜੀ ਆਰਮੀ ਕੰਟੋਨਮੈਂਟ ਏਰੀਆ ਹੈਗਾ ਪਟਿਆਲਾ। ਠੀਕ ਹੈ, ਤਾਂ ਬੜੀ ਵੱਡੀ ਗੱਲ ਤੁਸੀਂ ਦੱਸ ਰਹੇ ਹੋ। ਇਹ ਕਿਤੇ ਰਿਪੋਰਟ ਨਹੀਂ ਫਿਲਹਾਲ ਹੋ ਰਹੀ ਕਿ ਉੱਥੇ ਪਟਿਆਲੇ ਵਿੱਚ ਸਿੱਖ ਨੌਜਵਾਨਾਂ ਨੇ ਜਿਹੜਾ ਵਾ ਉਹ ਖਾਲਿਸਤਾਨ ਦੇ ਵੀ ਝੰਡੇ ਲਾਤੇ ਤੇ ਪਾਕਿਸਤਾਨ ਨਾਲ ਜੰਗ ਦੀ ਵੀ ਉਹਨਾਂ ਨੇ ਮੁਖਾਲਫਤ ਕਰ ਦਿੱਤੀ, ਵਿਰੋਧ ਕਰਤਾ ਉਹਦਾ। ਹਾਂਜੀ ਬਿਲਕੁਲ ਜੀ, ਤੁਸੀਂ ਆ ਵੀਡੀਓਜ਼ ਦੇਖ ਸਕਦੇ ਹੋ ਤੇ ਤੁਹਾਨੂੰ ਉਹ ਵੀਡੀਓਜ਼ ਜਿਹੜੀਆਂ ਰਾਤ ਤੁਹਾਨੂੰ ਭੇਜਾਂਗੇ, ਤੁਸੀਂ ਉਹਨੂੰ ਚੈੱਕ ਕਰ ਲਓ। ਇਹ ਆਰਮੀ ਛਾਉਣੀ ਏਰੀਆ ਪਟਿਆਲਾ। ਠੀਕ ਹੈ, ਤੇ ਉਹ ਤੁਸੀਂ ਪਹਿਲੇ ਵੀ ਜਿਹੜੀ ਇੱਕ ਅਪੀਲ ਕੀਤੀ ਸੀ ਕਿ ਜੀ ਇਹ ਸਿੱਖ ਜਿਹੜੇ ਫੌਜੀ ਨੇ ਉਹ ਨਾ ਲੜਨ, ਉਹਦੇ ਬਾਰੇ ਤੁਹਾਡੇ ਕੋਲ ਕੀ ਲੇਟੈਸਟ ਹੈ? ਕੀ ਫੌਜੀਆਂ ਦਾ ਕੀ ਉੱਥੇ ਸਿੱਖ ਭਰਾਵਾਂ ਦਾ ਤਾਸਰ ਹੈ? ਕੀ ਕਹਿੰਦੇ ਨੇ ਉਹ? ਕੀ ਇੰਟਰਨਲ ਚੱਲ ਰਿਹਾ ਇੰਡੀਅਨ ਆਰਮੀ 'ਚ? ਉਹਦੇ 'ਚ ਜਿਹੜਾ ਸੁਨੇਹਾ ਅਸੀਂ ਭੇਜਿਆ ਤੇ ਜਿਹੜਾ ਉਹਨਾਂ ਦੇ ਅੱਗਿਓਂ ਸੁਨੇਹਾ ਆਇਆ ਉਹ ਮੈਂ ਤੁਹਾਨੂੰ ਦੋ ਲਫ਼ਜ਼ਾਂ 'ਚ ਦੱਸ ਦਿੰਦਾ ਕਿ ਇਫ ਇੰਡੀਆ ਅਟੈਕਸ ਪਾਕਿਸਤਾਨ the way they are threatening, this attack and this war will be the last battle of Modi's political life. Modi is going to face a political death if he attacks Pakistan, and the Union of India will be disintegrated. The present map of this India, which you say in the form and shape right now, it will no longer be on the globe. It will disintegrate. Punjab will be liberated from the Indian occupation, and the road to the independence of Kashmir runs through Punjab, and new countries will be born if India attacks Pakistan. ਇਹ ਬੜੀ ਵੱਡੀ ਗੱਲ ਤੁਸੀਂ ਕੀਤੀ ਹੈ ਕਿ ਇਸ ਵਕਤ ਸੂਰਤ ਹਾਲ ਬਣ ਚੁੱਕੀ ਹੈ ਭਾਰਤੀ ਪੰਜਾਬ 'ਚ ਕਿ ਉੱਥੋਂ ਦਾ ਨੌਜਵਾਨ ਖੜਾ ਹੋ ਰਿਹਾ ਆਪਣੇ ਹੱਕ ਲਈ, ਤੇ ਅਗਰ ਮੋਦੀ ਦੀ ਇਹ ਸਿਆਸੀ ਜਿਹੜੀ ਲੜਾਈ ਹੈ ਉਹ ਨਾ ਉਹਨੇ ਲੜੀ ਤੇ ਇੰਡੀਆ ਟੋਟੇ ਟੋਟੇ ਹੋ ਜਾਏਗਾ। ਦੇਖੋ, ਉਹਨਾਂ ਦਾ ਸੁਨੇਹਾ ਖੁੱਲ੍ਹਿਆਮ ਇਹ ਆਇਆ ਹੈ ਕਿ ਇਹ ਲੜਾਈ ਜੇ ਇਹ ਕਰਦਾ ਹੈ, ਇਹ ਆਪਣੀ ਰਾਜਨੀਤਿਕ ਮੌਤ ਹੋਏਗੀ ਮੋਦੀ ਦੀ ਤੇ ਇਸ ਹਿੰਦੂਤਵਾ ਏਜੰਡੇ ਦੀ, ਤੇ ਹਿੰਦੁਸਤਾਨ ਤੇ ਇੰਡੀਆ ਜਿਹੜਾ ਹੈ ਉਸ ਦੇ ਇਸ ਵਕਤ ਟੋਟੇ ਹੋਣਗੇ ਔਰ ਪੰਜਾਬ ਤੇ ਕਸ਼ਮੀਰ ਜਿਹੜਾ ਉਹ ਆਜ਼ਾਦ ਮੁਲਕ ਬਣੇਗਾ। ਤੇ ਇਹਦੇ ਵਿੱਚ ਹੁਣ ਤੁਹਾਡਾ ਅੱਗੇ ਕੀ ਲਾਇਆ ਅਮਲ ਹੈਗਾ? ਕਿਉਂਕਿ ਮੋਦੀ ਤੇ ਜਿਹੜਾ ਉਹ ਆਪਣੀ ਇਲੈਕਸ਼ਨ ਦੇ ਚੱਕਰ 'ਚ ਤੇ ਕਰੋੜਾਂ ਲੋਕਾਂ ਨੂੰ ਜੰਗ ਦੇ ਵਿੱਚ ਧਕੇਲਣ ਤੇ ਤੁਰਿਆ ਹੋਇਆ, ਤੇ ਤੁਸੀਂ ਕੀ ਕਹਿੰਦੇ ਹੋ ਇਹਦੀ ਜਿਹੜੀ ਵਾਰ ਪਾਲਿਸੀ ਹੈ ਮੋਦੀ ਦੀ ਉਹਦੇ ਉੱਤੇ? ਦੇਖੋ, ਅਸੀਂ ਤਾਂ ਪੰਜਾਬ ਦੇ ਪਿੰਡੋ ਪਿੰਡੀ ਜਿਹੜੇ ਆ ਉੱਥੇ ਇਹ ਜਿਹੜੇ SMS ਮੈਸੇਜ ਪਾਉਣੇ ਸ਼ੁਰੂ ਕਰ ਦਿੱਤੇ ਆ ਕਿ ਕੋਈ ਵੀ ਭਾਰਤੀ ਫੌਜ ਦਾ ਸਾਥ ਨਾ ਦੇਵੇ। ਜਿੱਦਾਂ ਅੱਗੇ ਪਿੰਡਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਲੰਗਰ ਲੱਗਦੇ ਆ,
ਵੀ ਅਸੀਂ ਇਸ ਵਾਰੀ ਭਾਰਤੀ ਫੌਜ ਪੰਜਾਬ ਚੋਂ ਲੰਘ ਕੇ ਜਿਹੜਾ ਸਾਡਾ ਪਾਕ ਹੈ, ਜਿੱਥੇ ਸਾਡਾ ਜਨਮ ਸਥਾਨ ਹੈ ਗੁਰੂ ਨਾਨਕ ਸਾਹਿਬ ਦਾ, ਉੱਥੇ ਅਸੀਂ ਹਮਲਾ ਨਹੀਂ ਕਰਨ ਦੇਣਾ, ਵੀ ਤੁਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਵੜਨ ਦੇਣਾ ਤੇ ਉੱਥੇ ਰੋਕ ਦੇਣਾ। ਚਲੋ ਇਹ ਤੇ ਤੁਸੀਂ ਗੱਲ ਕੀਤੀ। ਹੁਣ ਮੋਦੀ ਦੀ ਜਿਹੜੀ ਪੋਲਿਟਿਕਸ ਹੈ, ਤੁਸੀਂ ਤਾਂ ਬੜਾ ਫੇਸ ਕਰ ਰਹੇ ਹੋ ਜਾਰਾਨਾ ਪੋਲਿਟਿਕਸ। ਉਹ ਬਾਹਰ ਵੀ ਮੁਲਕਾਂ 'ਚ ਜਾ ਕੇ ਬੰਦੇ ਮਾਰਦਾ ਹੈ ਤੇ ਨਾਲ ਉਹਨੇ ਤੁਹਾਡੇ ਤੇ ਵੀ ਅਟੈਂਪਟ ਕੀਤੀ ਹੈ। ਇਹਦੇ ਤੇ ਕੋਈ ਇੰਟਰਨੈਸ਼ਨਲ ਕਮਿਊਨਿਟੀ ਨਹੀਂ ਕੋਈ ਵੇਖਦੀ ਪਈ? ਕੀ ਕਹਿੰਦੇ ਹੋ ਤੁਸੀਂ ਇਹਦੇ ਉੱਤੇ? ਦੇਖੋ, ਇੰਟਰਨੈਸ਼ਨਲ ਕਮਿਊਨਿਟੀ ਵੇਖੇ ਜਾਂ ਨਾ ਵੇਖੇ, ਮੋਦੀ ਨੇ, ਜੈ ਸ਼ੰਕਰ ਨੇ, ਅਮਿਤ ਸ਼ਾਹ ਤੇ ਰਾਜਨਾਥ ਤੇ ਅਜੀਤ ਡੋਵਲ, ਇਹਨਾਂ ਨੇ ਸਾਡਾ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਸ਼ਹੀਦ ਕੀਤਾ ਕੈਨੇਡਾ ਦੇ ਵਿੱਚ, ਸਾਡਾ ਭਾਈ ਪਰਮਜੀਤ ਸਿੰਘ ਪੰਮਾ, ਉਸ ਨੂੰ ਮਾਰਨ ਦੇ ਲਈ ਇਹਨਾਂ ਨੇ ਪੈਸੇ ਦਿੱਤੇ ਹੋਏ ਹੈ ਤੇ ਮੇਰੇ ਤੇ ਹਮਲਾ ਕੀਤਾ। ਇੰਟਰਨੈਸ਼ਨਲ ਕਮਿਊਨਿਟੀ ਕੁਝ ਕਰੇ ਜਾਂ ਨਾ ਕਰੇ, ਬਟ ਵੀ are going to hold these 5 individuals, including Prime Minister, accountable under the international laws. He has an immunity only till he is a Prime Minister, and he is not going to remain Prime Minister forever. This attack which they are planning on Pakistan is going to kill Modi politics. This will be the political death of Modi, and this will disintegrate Union of India. The Indian map which you see today in the shape and the form will no longer be like this, and we will liberate Punjab from the Indian occupation. ਹੁਣ ਤੁਸੀਂ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਨੂੰ ਕੀ ਕਹੋਗੇ? ਹੁਣ ਮੁਜ਼ਾਹਰੇ ਤਾਂ ਸ਼ੁਰੂ ਹੋ ਗਏ ਪਾਕਿਸਤਾਨ ਵਿੱਚ ਵੀ ਖਾਲਿਸਤਾਨ ਲਈ, ਅਵਾਮੀ ਇੱਕ ਜਿਹੜੀ ਸਪੋਰਟ ਹੈ ਉਹ ਤੇ ਆ ਰਹੀ ਹੈ, ਤੇ ਹਕੂਮਤ ਤੋਂ ਕੀ ਕਹਿੰਦੇ ਹੋ ਤੁਸੀਂ? ਦੇਖੋ, ਹਕੂਮਤ ਨੂੰ ਅਸੀਂ ਪਹਿਲਾਂ ਵੀ ਦੱਸਿਆ ਹੋਇਆ ਕਿ ਜੋ ਗਲਤੀ 1984 ਦੇ ਵਿੱਚ ਉਸ ਸਮੇਂ ਦੀ ਹਕੂਮਤ ਨੇ, ਪਾਕਿਸਤਾਨ ਨੇ ਕੀਤੀ ਸੀ, ਜਦੋਂ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਚੜ੍ਹ ਕੇ ਆ ਗਈਆਂ ਤੇ ਸਿੱਖ ਜਿਹੜਾ ਹੈ ਉਹ ਪਾਕਿਸਤਾਨ ਵੱਲ ਵੇਖਦਾ ਰਿਹਾ ਵੀ ਕਦੋਂ ਉਹਨਾਂ ਦੀ ਫੌਜ ਆਵੇ ਤੇ ਅਸੀਂ ਭਾਰਤੀ ਫੌਜਾਂ ਦਾ ਮੁਕਾਬਲਾ ਕਰੀਏ ਤੇ ਇਸ ਪੰਜਾਬ ਨੂੰ ਆਜ਼ਾਦ ਕਰਾਈਏ। ਇਹ ਗਲਤੀ ਤੁਸੀਂ ਹੁਣ ਨਹੀਂ ਕਰਨੀ। ਪੰਜਾਬ ਖਲੋਤਾ ਹੈ ਪਾਕਿਸਤਾਨ ਦੇ ਨਾਲ ਰੀੜ੍ਹ ਦੀ ਹੱਡੀ ਬਣ ਕੇ। ਹੁਣ ਪਾਕਿਸਤਾਨ ਦੀ ਮਿਲਟਰੀ ਤੇ ਪਾਕਿਸਤਾਨ ਦੀ ਸਰਕਾਰ ਪਹਿਲਾ ਕੰਮ ਕਰੇ ਕਿ ਖਾਲਿਸਤਾਨ ਰੈਫਰੈਂਡਮ ਦਾ ਰੈਜ਼ੋਲੂਸ਼ਨ ਜਿਹੜਾ ਹੈ UN ਸਿਕਿਉਰਿਟੀ ਕੌਂਸਲ 'ਚ ਪਾਵੇ, ਤੇ ਪਾਕਿਸਤਾਨ ਦੀ ਜਿਹੜੀ ਆਰਮੀ ਹੈ, ਮਿਲਟਰੀ ਹੈ, ਜੇ ਉਹਨੇ ਪੰਜਾਬ ਦੇ ਵਿੱਚ ਆਣਾ ਉਹਦੇ ਲਈ ਲੰਗਰ ਲੱਗ ਜਾਣਗੇ ਔਰ ਅਸੀਂ ਮੁਕਾਬਲਾ ਕਰਾਂਗੇ ਭਾਰਤੀ ਫੌਜਾਂ ਦਾ। ਮਤਲਬ ਤੁਸੀਂ ਪਾਕਿਸਤਾਨੀ ਫੌਜ ਨੂੰ ਭਾਰਤ ਵਿੱਚ ਖੁਸ਼ਾਮਦੀਦ ਕਹੋਗੇ, ਵੈਲਕਮ ਕਰੋਗੇ? ਬਿਲਕੁਲ ਕਰਾਂਗੇ, ਔਰ ਉਸ ਦੇ ਨਾਲ ਲੜਾਂਗੇ। ਅਸੀਂ ਉਹਨਾਂ ਦੇ ਨਾਲ ਰਲ ਕੇ ਅਸੀਂ ਭਾਰਤ ਦੀ ਆਰਮੀ ਦੇ ਨਾਲ, ਮਿਲਟਰੀ ਦੇ ਖਿਲਾਫ ਲੜਾਂਗੇ। ਚਲੋ, ਇਹ ਤੇ ਹੁਣ ਜੇ ਕਈ ਇੱਕ ਸੁਜੈਸ਼ਨ ਇਹ ਵੀ ਆਈ ਸੀ ਕਿ ਤੁਹਾਨੂੰ ਖਾਲਿਸਤਾਨ ਨੂੰ ਸਫਾਰਤਖਾਨਾ ਖੋਲ੍ਹਣ, ਪਾਕਿਸਤਾਨ ਤਸਲੀਮ ਕਰੇ ਤੇ ਸਫਾਰਤਖਾਨਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਏ ਪਾਕਿਸਤਾਨ 'ਚ। ਕੁਝ ਲੋਕ ਇਹ ਵੀ ਕਹਿੰਦੇ ਨੇ। ਦੇਖੋ, ਉਹ ਆਪਣੇ ਆਪਣੇ ਵਿਚਾਰ ਹੈ। ਐਜ਼ ਆਈ ਸਟੇਟਡ, ਐਕਸ਼ਨਸ ਸਪੀਕਸ ਲਾਊਡਰ ਦੈਨ ਦਾ ਵਰਡ। ਜਦੋਂ ਪੰਜਾਬ ਆਜ਼ਾਦ ਹੋ ਗਿਆ ਤੇ ਅਸੀਂ 190 ਮੁਲਕਾਂ ਦੇ ਵਿੱਚ ਅਸੀਂ ਆਪਣੀਆਂ ਐਮਬੈਸੀਆਂ ਤੇ ਸਾਰੇ ਇਹ ਖੋਲਾਂਗੇ ਐਮਬੈਸੀਜ਼ ਨੂੰ। ਸਾਨੂੰ ਸਿਰਫ ਵਿਦਆਊਟ ਆਜ਼ਾਦੀ ਸਾਨੂੰ ਐਮਬੈਸੀ ਖੋਲਣ ਦਾ ਕੋਈ ਫਾਇਦਾ ਨਹੀਂ ਹੈ। ਆਜ਼ਾਦੀ ਹੀ ਹੱਲ ਹੈ ਤੇ ਅਸੀਂ ਉਸ ਦੇ ਉੱਤੇ ਜਿਹੜੀ ਆ ਮੋਹਰ ਲਗਾਉਣਾ ਚਾਹੁੰਦੇ ਹਾਂ। ਅਮਰੀਕਾ ਨੇ ਵੀ ਅੱਜ ਕਿਹਾ ਕਿ ਪਾਕਿਸਤਾਨ ਤੇ ਇੰਡੀਆ ਬਹਿ ਕੇ ਗੱਲ ਕਰਨ। ਤੁਸੀਂ ਕੀ ਕਹਿੰਦੇ ਹੋ ਅਮਰੀਕਾ ਦੇ ਇਸ ਬਿਆਨ ਦੇ? ਦੇਖੋ, ਜੰਗ ਤਾਂ ਦੋਨਾਂ ਵਾਸਤੇ ਠੀਕ ਨਹੀਂ ਹੈ, ਪਰ ਜਿਹੜਾ ਰੋਜ਼-ਰੋਜ਼ ਇਹ ਭਾਰਤੀ ਹੁਕੂਮਤ ਦਹਿਸ਼ਤਗਰਦੀ ਕਰਦੀ ਹੈ, ਆਪਣੇ ਹੀ ਆਵਾਮ ਨੂੰ ਮਾਰ ਕੇ ਤੇ ਪਾਕਿਸਤਾਨ ਨੂੰ ਦਹਿਸ਼ਤਗਰਦ ਜਿਹੜਾ ਲੇਬਲ ਕਰਨਾ ਚਾਹੁੰਦੀ ਹੈ ਤੇ ਉਹਨਾਂ ਨੂੰ ਇੱਕ ਅਕਸ ਦੁਨੀਆ ਦੇ ਵਿੱਚ ਉਹਨਾਂ ਦਾ ਵਿਗਾੜਦੀ ਹੈ, ਇਹਦਾ ਇੱਕ ਪਾਸੇ ਤੇ ਲੜਾਈ ਹੋਣੀ ਹੈ, ਇੱਕ ਬੰਨੇ ਲੱਗ ਦੇਣਾ ਜ਼ਰੂਰੀ ਹੈ। ਕਿਉਂਕਿ ਜੇ ਇਹ ਯੂਨੀਅਨ ਆਫ ਇੰਡੀਆ ਪ੍ਰੈਜ਼ੈਂਟ ਫਾਰਮ 'ਚ ਰਿਹਾ, that is an existential threat to the Pakistan, and to survive right now the Pakistan have to take an active role, not a passive role. ਪਾਕਿਸਤਾਨੀ ਸਫਾਰਤਖਾਨੇ ਲੰਡਨ ਦੇ ਉੱਤੇ ਵੀ ਹਮਲਾ ਕੀਤਾ ਕੁਝ ਇੰਡੀਅਨ ਨੇ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਉਹਦੇ ਲਈ ਜੀ ਆਪਣੇ ਜਿਹੜੇ ਸਾਡੇ ਸਿੱਖਸ ਫਾਰ ਜਸਟਿਸ ਦੇ ਤੇ ਰੈਫਰੈਂਡਮ ਦੇ ਉੱਥੇ ਨੁਮਾਇੰਦੇ ਆ, ਭਾਈ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਦੇ ਵਿੱਚ 1 ਮਈ ਨੂੰ ਜਿਹੜਾ ਭਾਰਤੀ ਐਮਬੈਸੀ ਹੈ, ਹਾਈ ਕਮਿਸ਼ਨ ਹੈ, ਉਹਦੇ ਸਾਹਮਣੇ ਬਹੁਤ ਵੱਡਾ ਇਕੱਠ ਹੋ ਰਿਹਾ ਤੇ ਜਿਸ ਨੂੰ ਅਸੀਂ ਪਾਕਿਸਤਾਨ ਖਾਲਿਸਤਾਨ ਅਲਾਇੰਸ ਕਹਿੰਦੇ ਪਏ ਆ, ਟੂ ਕਿਲ ਮੋਦੀ ਪੋਲਿਟਿਕਸ। ਉਹ 1 ਮਈ ਨੂੰ ਬਹੁਤ ਵੱਡਾ ਅਸੀਂ ਉੱਥੇ ਇਕੱਠ ਕਰਦੇ ਪਏ ਆ। ਤੇ ਉੱਥੇ ਕਿੰਨੇ ਕੁ ਲੋਕ ਤੁਹਾਡੇ ਹੋਣਗੇ ਉੱਥੇ ਲੰਡਨ 'ਚ, ਤੇ ਕਿਤੇ ਕਿਤੇ ਕਾਲ ਦਿੱਤੀ ਹੈ ਤੁਸੀਂ? ਤੇ ਪਾਕਿਸਤਾਨੀਆਂ ਨੂੰ ਤੇ ਕਸ਼ਮੀਰੀਆਂ ਨੂੰ ਕੀ ਕਹੋਗੇ ਇਸ ਪ੍ਰੋਟੈਸਟ ਲਈ? ਦੇਖੋ, ਅਸੀਂ ਤਾਂ ਸਿਰਫ ਪਾਕਿਸਤਾਨ ਤੇ ਖਾਲਿਸਤਾਨ ਅਲਾਇੰਸ ਦੀ ਗੱਲ ਕਰਦੇ ਹਾਂ। ਦਿਸ ਇਜ਼ ਅਪ ਟੂ ਨਾਓ ਪੀਪਲ ਆਫ ਪਾਕਿਸਤਾਨ ਐਂਡ ਖਾਲਿਸਤਾਨ, ਪ੍ਰੋ ਖਾਲਿਸਤਾਨ ਸਿੱਖਸ ਟੂ ਗੋ ਐਂਡ ਕਾਊਂਟਰ ਇੰਡੀਆ। 1 ਮਈ ਦੇ ਪ੍ਰੋਟੈਸਟ ਦੇ ਬਾਰੇ ਕੀ ਇਤਲਾਤ ਨੇ? ਤੁਸੀਂ ਉਹ ਦੱਸੇ ਮੈਨੂੰ ਕਿ ਕਿਸ ਲੈਵਲ ਤੇ ਆਰਗੇਨਾਈਜ਼ ਕਰ ਰਹੇ ਹੋ ਤੁਸੀਂ? ਉਹ ਪੂਰੇ ਯੂਰਪ ਤੋਂ ਜੀ ਬੰਦੇ ਉੱਥੇ ਪਹੁੰਚਣਗੇ। ਉਹ ਸਾਡੇ ਭਾਈ ਪਰਮਜੀਤ ਸਿੰਘ ਪੰਮਾ ਜਿਹੜੇ ਮੇਨ ਕੋਆਰਡੀਨੇਟਰ ਹੈ, ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਤੇ 1 ਮਈ ਨੂੰ 1 ਵਜੇ ਜਿਹੜਾ ਹੈ ਭਾਰਤ ਦੇ ਹਾਈ ਕਮਿਸ਼ਨ ਹੈ ਜਿਹੜਾ ਲੰਡਨ, ਉਹਦੇ ਬਾਹਰ ਇਕੱਠ ਹੋਏਗਾ।
ਤਾਂ ਬਹੁਤ ਸ਼ੁਕਰੀਆ ਪੰਨੂ ਜੀ ਤੁਹਾਡਾ, ਤੇ ਤੁਹਾਡੇ ਨਾਲ ਆਂਦਾ ਵੀ ਗੱਲਬਾਤ ਹੁੰਦੀ ਹੈ। ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਥੈਂਕ ਯੂ ਵੈਰੀ ਮਚ।